जी। वाहिगुरु जी का खालसा वाहिगुरु जी की फतेह। सतनाम वाहिगुरु साहिब जी। सतगुर पुरख हर ध्याए दा सत संगत सतगुर पाए। ਸੰਗਤ ਜੀ ਇਹਦੇ ਸਿੱਧੇ ਅਰਥ ਤੇ ਬਣਦੇ ਹੈ ਵੀ ਜਿਹੜਾ ਸਾਡਾ ਸਤਿਗੁਰੂ ਹੈ ਨਾ ਉਹ ਹਰ ਨੂੰ ਧਿਆਉਂਦਾ ਹੈ। ਚਲੋ ਇੱਕ ਤੇ ਹੁੰਦਾ ਵੀ ਅਸੀਂ ਸ਼ੁਰੂ ਕਰਨਾ ਵੀ ਉਹਨੂੰ ਧਿਆਉਣਾ, ਇੱਕ ਉਹਦਾ ਰੂਪ ਹੀ ਹੋ ਜਾਣਾ। ਇੱਕ ਤੇ ਹੁੰਦਾ ਵੀ ਸਾਨੂੰ ਕੋਈ ਰਸਨਾ ਨਾਲ ਜਪਦਾ ਨਜ਼ਰ ਆਉਂਦਾ ਹੈ, ਕਈ ਸਾਨੂੰ ਹੱਥ 'ਚ ਗੁਟਕਾ ਸਾਹਿਬ ਲੈ ਕੇ ਬੈਠੇ ਨਜ਼ਰ ਆਉਂਦੇ ਹੈ, ਕਈ ਸਾਨੂੰ ਤੁਰਦੇ ਫਿਰਦੇ ਜਪਦੇ ਨਜ਼ਰ ਆਉਂਦੇ ਹੈ। ਜੇ ਅਸੀਂ ਆਪਣੇ ਗੁਰੂ ਦੀ ਗੱਲ ਕਰੀਏ, ਗੁਰੂ ਤੇ ਰੱਬ 'ਚ ਅੰਤਰ ਹੀ ਕੋਈ ਨਹੀਂ ਹੈ। ਵੈਸੇ ਨਾ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਿਓ, ਕਿਸੇ ਨੇ ਮਹਾਰਾਜ ਨੂੰ ਮਾਲਾ ਲੈ ਕੇ ਬੈਠੇ ਜਪਦਿਆਂ ਨਹੀਂ ਵੇਖਿਆ ਹੋਏਗਾ। ਵੀ ਮਹਾਰਾਜ ਇਹ ਨਹੀਂ ਹੈ ਵੀ ਉਹਨਾਂ ਨੇ ਚੌਂਕੜੇ ਮਾਰ ਕੇ ਕਿਤੇ ਮਾਲਾ ਫੜ ਕੇ ਬੈਠ ਕੇ ਜਪਿਆ ਉਸ ਵਾਹਿਗੁਰੂ ਨੂੰ। ਉਹ ਰੱਬ ਦੇ ਨਾਲ ਇੰਨੇ ਕੁ ਇੱਕ ਸਨ, ਉਹ ਸਦਾ ਹੀ ਰੱਬ ਦੀ ਗੋਦ 'ਚ ਹੀ ਬਹਿੰਦੇ ਉੱਠਦੇ ਸਨ। ਉਹ ਤੇ ਬਹਿੰਦਿਆਂ ਉੱਠਦਿਆਂ ਸੁੱਤਿਆਂ ਹਰੇਕ ਸਮੇਂ ਰੱਬ ਨੂੰ ਜਪਦੇ ਸਨ। ਜਪਣ ਦਾ ਅਰਥ ਹੈ ਵੀ ਉਹ ਰੱਬ ਦੀ ਰਜ਼ਾ 'ਚ ਸਨ, ਉਹਦੇ ਹੁਕਮ 'ਚ ਸਨ। ਆਪਾਂ ਤੇ ਗੁਰੂ ਸਾਹਿਬ ਜੀ ਨੂੰ ਵੇਖਿਆ ਨਹੀਂ ਵੀ ਮਾਲਾ ਲੈ ਕੇ ਬੈਠੇ ਹੋਣ, ਪਰ ਅਸੀਂ ਕਹਿੰਦੇ ਸਾਡੇ ਗੁਰੂ ਸਾਹਿਬ ਤੇ ਰੱਬ 'ਚ ਅੰਤਰ ਕੋਈ ਨਹੀਂ ਹੈ। ਵੀ ਇੰਨਾ ਜਪਿਆ ਸਾਡੇ ਗੁਰੂ ਸਾਹਿਬਾਨਾਂ ਨੂੰ, ਰੱਬ ਰੂਪ ਹੀ ਹੋ ਨਿਬੜੇ। ਜਿਹਦੇ ਨਾਲ ਕੋਈ ਜੁੜਦਾ ਉਹੋ ਜਿਹਾ ਹੀ ਹੋ ਜਾਂਦਾ, ਜਿਹਨੂੰ ਅਸੀਂ ਯਾਦ ਕਰਾਂਗੇ ਅਸੀਂ ਉਹੋ ਜਿਹੇ ਹੋਵਾਂਗੇ। ਇੱਥੇ ਸਤਿਗੁਰ ਪੁਰਖ ਹਰ ਧਿਆਏ ਦਾ, ਸਤਿਗੁਰੂ ਪੁਰਖ ਹਰ ਨੂੰ ਧਿਆਉਂਦਾ ਹੈ ਤੇ ਸਤ ਸੰਗਤ ਸਤਿਗੁਰ ਪਾਏ। ਸੰਗਤ 'ਚ ਬੈਠ ਕੇ, ਇਹਦਾ ਇੱਕ ਤਾਂ ਅਰਥ ਇਹ ਕਰਾਂਗੇ ਵੀ ਸੰਗਤ 'ਚ ਬੈਠ ਕੇ ਸਤਿਗੁਰੂ ਪ੍ਰੇਮ ਨਾਲ ਸਾਨੂੰ ਵੀ ਰੱਬ ਦੀ ਜਪਣ ਦੀ ਪ੍ਰੇਰਨਾ ਕਰਦੇ, ਰੱਬ ਨੂੰ ਜਪਣ ਦੀ। ਇੱਕ ਇਹਦਾ ਅਰਥ ਇਹ ਵੀ ਸਤ ਸੰਗਤ ਸਤਿਗੁਰ ਪਾਏ, ਸਾਡਾ ਗੁਰੂ ਰੱਬ ਨੂੰ ਜਪਦਾ, ਅਸੀਂ ਸੰਗਤ 'ਚ ਬੈਠ ਕੇ ਆਪਣੇ ਸਤਿਗੁਰੂ ਨੂੰ ਜਪਦੇ ਹਾਂ। ਹੁਣ ਅਸੀਂ ਗੁਰੂ ਸਾਹਿਬ ਨੂੰ ਜਪਦੇ ਹਾਂ। ਭਾਈ ਸਾਹਿਬ ਜੀ ਆਸਾ ਕੀ ਵਾਰ ਦਾ ਕੀਰਤਨ ਕਰਕੇ ਗਏ, ਗੁਰੂ ਨੂੰ ਜਪ ਕੇ ਗਏ। ਹਾਂ, ਗੁਰੂ ਰੱਬ ਨਾਲ ਹੀ ਗੱਲ ਕਰਾਉਂਦਾ। ਸਾਡੇ ਗੁਰੂ ਨੇ ਰੱਬ ਨੂੰ ਜਪਿਆ, ਅਸੀਂ ਗੁਰੂ ਗੁਰੂ ਕੀਤਾ। ਗੁਰੂ ਗੁਰੂ ਕਰਦੇ ਅਸੀਂ ਰੱਬ ਰੂਪ ਹੋ ਨਿਬੜੇ। ਜਿਹੜੇ ਹੋ ਨਿਬੜੇ ਮੈਂ ਉਹਨਾਂ ਦੀ ਗੱਲ ਕਰਦਾ। ਅਸੀਂ ਜਪ ਰਹੇ ਹਾਂ, ਗੁਰੂ ਕਿਰਪਾ ਕਰੇ ਵੀ ਅਸੀਂ ਉਹਦੇ ਵਿੱਚ ਸਮਾ ਜਾਈਏ ਇੱਕ ਦਿਨ। ਅਸੀਂ ਤੇ ਗੁਰੂ ਗੁਰੂ ਗੁਰ ਕਰ ਬਣ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਅਸੀਂ ਤੇ ਸਾਰਾ ਦਿਨ ਜਿਹੜਾ ਸਿੱਖ ਚਾਹੁੰਦਾ ਬਾਣੀ ਪੜ੍ਹਾ, ਮੈਂ ਕਥਾ ਸੁਣਨਾ, ਮੈਂ ਕੀਰਤਨ ਸੁਣਨਾ, ਮੈਂ ਸਹਿਜ ਪਾਠ ਕਰਨਾ, ਨਿਤਨੇਮ ਕਰਦਾ, ਗੁਰੂ ਜਪਦੇ ਆ। ਗੁਰੂ ਗੁਰੂ ਕਰਦਾ ਮਨੁੱਖ ਰੱਬ 'ਚ ਸਮਾ ਜਾਂਦਾ। ਸਾਡੇ ਗੁਰੂ ਰੱਬ ਰੂਪ ਨੇ, ਗੁਰ ਪਰਮੇਸ਼ਰ ਏਕੋ ਜਾਣ। ਸਿੱਖਾਂ ਸੰਗਤਾਂ ਨੇ ਗੁਰੂ ਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ ਕਾਰਿਆ। ਸਾਡੇ ਗੁਰੂ ਤੇ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਸਾਡਾ ਗੁਰੂ ਜਿੱਥੇ ਉਸ ਵਾਹਿਗੁਰੂ ਨੂੰ, ਹਰ ਨੂੰ, ਅਕਾਲ ਪੁਰਖ ਨੂੰ ਜਪਦਾ, ਉੱਥੇ ਸੰਗਤ 'ਚ ਬੈਠ ਕੇ ਅਸੀਂ ਆਪਣੇ ਗੁਰੂ ਦੇ ਗੁਣ ਗਾਉਂਦੇ ਹਾਂ। ਸਤ ਸੰਗਤ ਸਤਗੁਰ ਸੇਵਦੇ, ਸਤ ਸੰਗਤ 'ਚ ਬੈਠ ਕੇ ਜੀਵ ਸਤਿਗੁਰੂ ਨੂੰ ਸੇਵਦੇ ਹੈ, ਸਤਿਗੁਰਾਂ ਦੀ ਸੇਵਾ 'ਚ ਬੈਠਦੇ ਹੈ, ਉਹਦੇ ਚਰਨਾਂ 'ਚ ਹਾਜ਼ਰੀ ਭਰਦੇ ਹਨ। ਹਰ ਮੇਲੇ ਗੁਰ ਮਿਲਾਏ, ਸਾਡਾ ਗੁਰੂ ਹਰ ਨੂੰ ਮਿਲਿਆ ਤੇ ਗੁਰ ਸਾਨੂੰ ਵੀ ਮਿਲਾ ਦਿੰਦਾ। ਗੁਰੂ ਸਾਡਾ ਰੱਬ ਨੂੰ ਮਿਲਿਆ, ਜਿਹੜਾ ਮਿਲਿਆ ਤੁਹਾਨੂੰ ਬਣਾਏਗਾ ਵੀ ਉਹ, ਜਿਹੜਾ ਮਿਲਿਆ ਨਹੀਂ ਹੈ ਉਹ ਮਿਲਾਏਗਾ ਕਿਸੇ। ਸਾਨੂੰ ਕੋਈ ਕਾਰਜ ਹੈ, ਕਿਸੇ ਮੰਤਰੀ ਤੱਕ, ਮੰਤਰੀ ਨੂੰ ਮਿਲਣੀ ਅਸੀਂ ਸੰਤਰੀ ਕੋਲ ਜਾਵਾਂਗੇ, ਜੋ ਸਾਨੂੰ ਪਤਾ ਹੈ ਵੀ ਉਹਦਾ ਡਿਊਟੀਦਾਰ ਹੈ, ਉਹਦਾ PA ਹੈ, ਉਹਦਾ ਡਰਾਈਵਰ ਹੈ, ਉਹਦੇ ਨਾਲ ਰਹਿੰਦਾ ਹੈ, ਫਿਰ ਸਾਡੀ ਉਹ ਗੱਲ ਕਰਾਉਂਦਾ ਵੀ ਇਹ ਗੱਲ ਕਰਾ ਸਕਦਾ ਹੈ ਸਾਡੀ ਉਹਦੇ ਨਾਲ। ਤੇ ਅਸੀਂ ਗੁਰੂ ਸਾਹਿਬ ਕੋਲ ਆਉਣੇ, ਗੁਰੂ ਤੇ ਹੈ ਹੀ ਰੱਬ ਰੂਪ ਹੈ। ਗੁਰੂ ਨਾਲ ਗੱਲ ਕਰਨ ਤੋਂ ਇਲਾਵਾ ਬਾਅਦ 'ਚ ਕੋਈ ਸਿੱਖ ਕਿਸੇ ਨਾਲ ਗੱਲ ਕਰਨ ਦੀ ਇੱਛਾ ਹੀ ਨਹੀਂ ਰੱਖਦਾ। ਗੁਰੂ ਮਿਲ ਪਿਆ, ਉਹ ਸਮਝਦਾ ਰੱਬ ਮਿਲ ਗਿਆ, ਰੱਬ ਦੇ ਦਰਸ਼ਨ ਹੋ ਗਏ, ਕਿਉਂਕਿ ਗੁਰੂ ਤੇ ਰੱਬ 'ਚ ਅੰਤਰ ਹੀ ਕੋਈ ਨਹੀਂ ਹੈ। ਸਤ ਸੰਗਤ ਸਤਿਗੁਰ ਸੇਵਦੇ, ਜਿਹੜੇ ਸਾਰੇ ਸਿੱਖ ਨੇ ਭਾਈ ਸਤ ਸੰਗਤੀ ਰੂਪ 'ਚ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਜਪਦੇ ਨੇ ਹਰ ਮੇਲੇ। ਇਹਦਾ ਅਰਥ ਇਹ ਵੀ ਕਰ ਸਕਦੇ ਵੀ ਗੁਰੂ ਹਰ ਨਾਲ ਮਿਲਾ ਦਿੰਦਾ, ਜਾਂ ਇਹਦਾ ਅਰਥ ਇਹ ਵੀ ਹਰ ਨੂੰ ਮਿਲਿਆ ਹੋਇਆ ਸਾਡਾ ਗੁਰੂ।
ਤੇ ਗੁਰ ਮਿਲਾਏ, ਗੁਰੂ ਫਿਰ ਸਾਨੂੰ ਵੀ ਰੱਬ ਨਾਲ ਮਿਲਾ ਦਿੰਦੇ। ਵਿਛੜਿਆ ਮੇਲੇ ਪ੍ਰਭੂ, ਸਾਨੂੰ ਵਿਛੜਿਆ ਨੂੰ ਜਿਹੜੇ ਕਿਰਤ ਕਰਮ ਕੇ ਵਿਛੜੇ, ਅਰਦਾਸਾਂ ਕਰਦੇ ਸਾਂ ਕਰ ਕਿਰਪਾ ਮੇਲੋ ਰਾਮ। ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਵਰਤੀ, ਫਲਗਨ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ। ਅਰਦਾਸਾਂ ਕੀਤੀਆਂ ਸੀ, ਗੁਰੂ ਅੱਗੇ ਤਰਲਾ ਲਿਆ ਸੀ, ਗੁਰੂ ਨੇ ਰੱਬ ਨੂੰ ਮਿਲਾ ਦਿੱਤਾ ਜੀ। ਇਹ ਭੋਜਨ ਜਗਤ ਸੰਸਾਰ ਹੈ। ਇਹ ਸੰਸਾਰ ਭੋਜਨ ਪਾਰ ਕਰਨਾ ਬੜਾ ਔਖਾ ਹੈ। ਭੋਜਨ ਬਿਖਮ ਅਸਗਾ, ਇਹ ਬਹੁਤ ਔਖਾ ਹੈ। ਇਹਦੇ ਚੋਂ ਅਸੀਂ ਕੋਈ ਬੰਦਾ ਆਖੇ ਵੀ ਮੈਂ ਤੈਰ ਕੇ ਸਮੁੰਦਰ ਪਾਰ ਕਰਨਾ, ਨਹੀਂ ਹੋ ਸਕੇਗਾ। ਉਹਨੂੰ ਜਹਾਜ਼ ਤੇ ਚੜ੍ਹਨਾ ਪਏਗਾ, ਜਾਂ ਉਹ ਸਮੁੰਦਰ ਦਾ ਪਾਣੀ ਹਾਥ ਹੋਵੇ ਸਗਾਓ, ਜਾਂ ਉਹਨੂੰ ਬੇੜੇ 'ਚ ਬੈਠਣਾ। ਕਿਸੇ ਦਾ ਆਸਰਾ ਲੈ ਕੇ ਉਹ ਤੈਰ ਸਕਦਾ ਹੈ ਜੀ। ਜੇ ਅਸੀਂ ਭਵ ਸਾਗਰ ਤੋਂ ਪਾਰ ਹੋਣਾ, ਫਿਰ ਸਾਨੂੰ ਗੁਰੂ ਸਾਹਿਬ ਦਾ ਪੱਲਾ ਪਕੜਨਾ ਪਏਗਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਨਾ। ਫਿਰ ਤੇ ਗੁਰੂ ਸਾਹਿਬ ਦਾ ਪੱਲਾ ਪਕੜਨਾ ਹੀ ਪਏਗਾ ਜੇ ਅਸੀਂ ਭਵ ਸਾਗਰ ਤੋਂ ਪਾਰ ਹੋਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਇਹ ਭਵਜਲ ਜਿਹੜਾ ਹੈ ਇਹ ਬੜਾ ਡਰਾਉਣਾ ਹੈ, ਬੜਾ ਬਿਖਮ ਹੈ, ਇਸ ਨੂੰ ਤਰਨਾ ਜੀ। ਗੁਰ ਬੋਹਿਥ ਨਾਮ ਤਰਾਏ। ਹਾਂ, ਗੁਰੂ ਬੋਹਿਥ ਹੈ, ਨਾਮ ਤਰਾਏ। ਨਾਮ ਨਾਲ ਜੋੜ ਕੇ ਨਾਮ ਬੋਹਿਥ ਹੈ। ਗੁਰੂ ਨਾਮ ਦੇ ਉੱਪਰ ਆਪਾਂ ਰੋਜ਼ ਬਚਨ ਪੜ੍ਹਦੇ, ਵਾਹਿਗੁਰੂ ਨਾਮ ਜਹਾਜ਼, ਇੱਕ ਹੁੰਦਾ ਜਹਾਜ਼ ਦੇ ਉੱਪਰ ਚੜ੍ਹਨਾ। ਇੱਥੇ ਨਾਮ ਤਰਾਏ, ਨਾਮ ਨਾਲ ਜੁੜ ਕੇ ਜੀਵ ਤਰ ਜਾਂਦਾ। ਗੁਰੂ ਇਹਨੂੰ ਨਾਮ ਦੇ ਬੇੜੇ 'ਚ ਮੋਹਿਤ 'ਚ ਬਿਠਾ ਦਿੰਦਾ ਹੈ, ਫਿਰ ਸਿੱਖ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਜਦ ਤੁਲਹਾ ਸ਼ਬਦ ਆਇਆ ਬਹੁਤ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜੇ ਉਹਦੇ ਤੇ ਕੋਈ ਬੈਠ ਜਾਂਦੇ ਉਹ ਪਾਰ ਹੋ ਜਾਂਦਾ ਹੈ, ਜਹਾਜ਼ ਤੇ ਕੋਈ ਚੜ੍ਹ ਜਾਂਦਾ ਪਾਰ ਹੋ ਜਾਂਦਾ ਹੈ। ਪਰ ਜਹਾਜ਼ ਤੇ ਚੜ੍ਹਨਾ ਹੀ ਬੜਾ ਔਖਾ ਹੈ। ਸਿੱਖੀ ਕਮਾਉਣੀ ਬੜੀ ਔਖੀ ਹੈ। ਜਹਾਜ਼ ਤੇ ਚੜ੍ਹਨਾ ਹੈ ਵੀ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਣਾ। ਸੁਰਤ ਦੀ ਬਾਹ ਫੜ ਕੇ ਗੁਰੂ ਉਸ ਨਾਮ ਰੂਪੀ ਜਹਾਜ਼ ਤੇ ਚੜ੍ਹਾ ਦਿੰਦੇ ਹੈ, ਤੇ ਉਹ ਜਹਾਜ਼ ਜਿਹੜਾ ਫਿਰ ਹੈ। ਸੁਖਮਨੀ ਸਾਹਿਬ ਦੀ ਬਾਣੀ ਚੋਂ ਬਹੁਤ ਵਾਰੀ ਆਪਾਂ ਨੇ ਇਹਨਾਂ ਭਗਤੀਆਂ ਦੀ ਵਿਚਾਰ ਕੀਤੀ ਹੈ। ਨਾਮ ਹੀ ਧੁਰ ਤੱਕ ਨਿਭਣ ਵਾਲਾ ਹੈ, ਨਾਮ ਦੀ ਪਹੁੰਚ ਹੀ ਰੱਬ ਦੇ ਘਰ ਤੱਕ ਹੈ, ਤੇ ਨਾਮ ਨਾਲ ਜੁੜ ਕੇ ਅਸੀਂ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਹੋਰ ਕਿਸੇ ਕੋਲ ਕੋਈ ਪਾਵਰ ਨਹੀਂ। ਸ਼ਬਦ ਤੇ ਨਾਮ ਕਦੇ ਮਰਦਾ ਨਹੀਂ ਹੈ। ਇਹਦਾ ਆਸਰਾ ਲੈ ਕੇ ਅਸੀਂ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਜਿੱਥੇ ਸਾਡੀ ਕੋਈ ਮਦਦ ਨਹੀਂ ਕਰਦਾ, ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ। ਸਮੁੰਦਰ ਦੇ ਕੋਹ ਨਹੀਂ ਹੁਣ ਮਾਪੇ ਜਾ ਸਕਦੇ। ਉਹ ਮਾਰਗ ਸਮੁੰਦਰ ਹੈ ਨਾ, ਕਿੰਨੀ ਕੁ ਲੰਬਾਈ ਤੇ ਚੌੜਾਈ ਹੈ, ਕਿੱਥੋਂ ਸ਼ੁਰੂ ਹੈ ਕਿੱਥੋਂ ਤੱਕ ਜਾਂਦਾ ਹੈ, ਕਿੰਨਾ ਕੁ ਗਹਿਰਾ ਹੈ, ਕਿੰਨਾ ਕੁ ਇਹ ਵਿਸ਼ਾਲ ਹੈ। ਇਹ ਬਹੁਤ ਔਖੀ ਗੱਲ ਹੈ। ਸੰਸਾਰ ਸਮੁੰਦਰ ਵੀ ਇਤਨਾ ਹੀ, ਇੱਕ ਤੇ ਦੁਨਿਆਵੀ ਸਮੁੰਦਰ ਹੈ। ਇੱਥੇ ਸੰਸਾਰ ਕਦੋਂ ਸ਼ੁਰੂ ਹੋਇਆ, ਅਸੀਂ ਕਿੱਥੇ ਕੁ ਹੈ, ਤੇ ਪਾਰ ਕਿਵੇਂ ਲੱਗਾਂਗੇ, ਇਹ ਵੀ ਮਾਪਣਾ ਬੜਾ ਔਖਾ ਹੈ ਸੰਸਾਰ ਸਮੁੰਦਰ ਤੋਂ। ਹਾਂ, ਤਰਲਾ ਹੈ ਗੁਰੂ ਸਾਹਿਬ ਦੇ ਅੱਗੇ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੈਠਦਾ। ਬਾਪ ਨੂੰ ਕਿਹਾ ਨਾ, ਬੱਚਾ ਤੁਰਿਆ ਜਾਂਦਾ ਬਾਪ ਦੇ ਨਾਲ, ਅੱਗੇ ਟੁਆ ਆ ਜਾਂਦਾ, ਪਾਣੀ ਨਾਲ ਭਰਿਆ ਹੈ। ਬੱਚਾ ਨਿੱਕੀ ਜਿਹੀ ਪਲਾਂਘ ਪੁੱਟ ਕੇ ਪਾਰ ਨਹੀਂ ਹੋ ਸਕਦਾ। ਫਿਰ ਉਹ ਬਾਪੂ ਨੂੰ ਕਹਿੰਦਾ ਮੇਰੀ ਬਾਂਹ ਪਕੜ। ਬਾਪੂ ਫਿਰ ਬਾਂਹ ਪਕੜ ਕੇ ਨਾ ਛਾਲ ਮਰਵਾ ਦਿੰਦਾ, ਉਸ ਟੋਏ ਤੋਂ ਪਾਰ ਕਰ ਦਿੰਦਾ। ਸਾਡਾ ਗੁਰੂ ਵੇ, ਉਹ ਸਾਡੀ ਸੁਰਤ ਦੀ ਬਾਂਹ ਪਕੜ ਕੇ, ਬਾਂਹ ਪਕੜ ਗੁਰ ਕੱਢਿਆ ਕਿੱਥੋਂ, ਭਵ ਸਾਗਰ ਚੋਂ ਤੇ ਕੱਢਿਆ। ਗੁਰੂ ਸਾਹਿਬ ਨੇ ਬਾਂਹ ਪਕੜ ਲਈ, ਤੇ ਸਾਨੂੰ ਚਿੱਕੜ 'ਚ ਕੋਈ ਬੰਦਾ ਡਿੱਗਾ, ਉਹ ਦੋਵਾਂ ਪਾਸੇ ਹੱਥ ਫੜਾਏਗਾ, ਉਹ ਬਾਹਰ ਨਹੀਂ ਨਿਕਲ ਸਕੇਗਾ ਜੇ ਦੋਵਾਂ ਪਾਸੇ ਨੂੰ ਕੋਈ ਖਿੱਚੇਗਾ। ਇੱਕ ਦਾ ਆਸਰਾ ਲਏਗਾ, ਉਸ ਪਾਸੇ ਨੂੰ ਝੁਕੇਗਾ, ਉਹ ਖਿੱਚਣ ਵਾਲਾ ਜ਼ਰੂਰ ਉਹਨੂੰ ਕਿਨਾਰੇ ਤੇ ਲਾਏਗਾ। ਇਸੇ ਤਰ੍ਹਾਂ ਭਾਈ ਇੱਕ ਨਾਲ ਜੁੜਨ ਵਾਲਾ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਗੁਰੂ ਬਾਂਹ ਪਕੜ ਲੈਂਦਾ ਹੈ, ਗੁਰ ਕਾਢਿਆ ਸੋਈ ਉਤਰਿਆ ਪਾਰ। ਪਾਰ ਵੀ ਉਹੀ ਉਤਰੇਗਾ ਜਿਹਦੀ ਗੁਰੂ ਬਾਂਹ ਪਕੜੇਗਾ। ਸਫਲ ਮੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਦੁਖ ਸੰਤਾਪ ਨਾ ਲੱਗਈ, ਜਿਸ ਹਰਿ ਕਾ ਨਾਮ ਆਧਾਰ। ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ। ਢੋਈ ਤਿਸ ਹੀ ਨੋ ਮਿਲੇ, ਜਿਨ ਪੂਰਾ ਗੁਰੂ ਲੱਭਾ। ਢੋਈ ਵੀ ਉਹਨੂੰ ਮਿਲਣੀ ਜਿਹਦੇ ਕੋਲ ਪੂਰਾ ਗੁਰੂ ਹੈ। ਨਾਮ
ਸੱਚਾ ਹੈ, ਗੁਰੂ ਪੂਰਾ ਹੈ, ਭਵ ਸਾਗਰ ਤੋਂ ਪਾਰ ਵੀ ਹੋਏਗਾ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਗੁਰ ਬੋਹਿਥ ਨਾਮ ਧਰਾਏ। ਗੁਰੂ ਨੇ ਉਸ ਬੋਹਿਥ ਨਾਮ ਦੇ ਉੱਪਰ ਚੜਾ ਕੇ ਜੀਵ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ ਜੀ। ਗੁਰ ਸਿੱਖੇ ਭਾਣਾ ਮੰਨਿਆ। ਫਿਰ ਗੁਰ ਸਿੱਖਾਂ ਨੇ ਭਾਣਾ ਮੰਨਿਆ। ਭਾਣਾ ਕੀ? ਗੁਰੂ ਦਾ ਹੁਕਮ ਮੰਨਿਆ। ਆਹੀ ਤੇ ਸਿੱਖੀ ਹੈ। ਉਹਦੇ ਭਾਣੇ ਚ, ਉਹਦੀ ਹੁਕਮ ਚ, ਉਹਦੀ ਰਜ਼ਾ ਚ ਰਹਿਣਾ, ਇਹੀ ਤੇ ਸਿੱਖੀ ਹੈ। ਤੇ ਜਿਨ੍ਹਾਂ ਨੇ ਭਾਣਾ ਮੰਨਿਆ, ਹਾਂ ਸੋਈ ਉਤਰਿਆ ਪਾਰ। ਇੱਥੇ ਗੁਰਸਿੱਖੀ ਭਾਣਾ ਮੰਨਿਆ। ਜਿਹੜੇ ਗੁਰਸਿੱਖਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ, ਉਹ ਕੁਝ ਕੀਤਾ ਜੋ ਗੁਰੂ ਸਾਹਿਬ ਨੇ ਕਿਹਾ, ਫਿਰ ਭਾਈ ਉਹ ਭਾਰ ਲੱਗ ਜਾਂਦੇ ਹੈ। ਫਿਰ ਜ਼ਿੰਮੇਵਾਰੀ ਗੁਰੂ ਦੀ ਬਣ ਜਾਂਦੀ ਹੈ ਨਾ। ਤੁਸੀਂ ਕਿਤੇ ਯਾਤਰਾ ਕਰਨ ਨਹੀਂ ਜਾਣਾ ਹੈ, ਤੁਸੀਂ ਆਪਣਾ ਨਾਮ ਲਿਖਾ ਦਿੰਦੇ ਹੋ, ਜਾਂ ਵੈਸੇ ਸਾਡਾ ਪਿਆਰ ਕਹਿ ਦਿੰਦੇ ਹੋ ਭਾਈ ਮੈਂ ਵੀ ਫਲਾਣੇ ਥਾਂ ਤੇ ਤੁਹਾਡੇ ਨਾਲ ਜਾਣਾ ਹੈ, ਹਾਂ ਜਦੋਂ ਚੱਲੇ ਮੈਨੂੰ ਲੈ ਕੇ ਚੱਲਿਓ। ਫਿਰ ਅਗਲੇ ਦੀ, ਉਹ ਲਿਜਾਣ ਵਾਲੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਭਾਈ ਉਹਨੇ ਕਿਹਾ ਸੀ, ਫਿਰ ਉਹ ਫੋਨ ਕਰੇਗਾ, ਆਵਾਜ਼ ਮਾਰੇਗਾ, ਵੇਟ ਵੀ ਕਰੇਗਾ ਕਈ ਵਾਰੀ। ਇੱਕ ਦੁਨਿਆਵੀ ਉਦਾਹਰਨ ਹੈ ਕਿ ਤੁਸੀਂ ਕਿਸੇ ਦਾ ਆਸਰਾ ਲੈਂਦੇ ਹੋ, ਕਿਸੇ ਨਾਲ ਜਾਣਾ ਹੈ, ਉਹ ਤੁਹਾਨੂੰ ਫੋਨ ਕਰੇਗਾ, ਚੇਤਾ ਕਰਾਏਗਾ ਆਪਾਂ ਜਾਣਾ, ਫਿਰ ਤੁਹਾਡੀ ਵੇਟ ਕਰੇਗਾ, ਫਿਰ ਤੁਸੀਂ ਬੈਠੋਗੇ, ਫਿਰ ਉਹ ਤੁਹਾਨੂੰ ਉਸ ਜਗ੍ਹਾ ਤੇ ਲਿਜਾਏਗਾ ਜਿੱਥੇ ਤੁਸੀਂ ਜਾਣ ਦੀ ਇੱਛਾ ਰੱਖਦੇ ਸੀ। ਤੇ ਜੇ ਸਿੱਖ ਰੱਬ ਨੂੰ ਮਿਲਣ ਦੀ ਇੱਛਾ ਰੱਖਦੇ ਤੇ ਉਹਨੂੰ ਗੁਰਸਿੱਖੀ ਭਾਣਾ ਮੰਨਿਆ, ਉਹ ਹੁਕਮ ਤੇ ਗੁਰੂ ਦਾ ਫਿਰ ਮੰਨਣਾ ਪਏਗਾ ਨਾ। ਤੇ ਜਦੋਂ ਹੁਕਮ ਮੰਨੇਗਾ ਭਾਈ, ਗੁਰ ਪੂਰਾ ਪਾਰ ਲੰਘਾਏ। ਫਿਰ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਪੂਰਾ ਗੁਰੂ ਫਿਰ ਪਾਰ ਲੰਘਾ ਦਿੰਦਾ ਹੈ। ਭਵ ਸਾਗਰ ਤੋਂ ਉਹ ਲਹਿਰਾਂ ਚੋਂ ਖਿੱਚ ਕੇ ਲੈ ਜਾਂਦਾ ਹੈ ਜੀ। ਗੁਰ ਸਿੱਖਾਂ ਕੇ ਹਰ ਧੂੜ ਦੇਹ। ਹਾਂ, ਫਿਰ ਉਹ ਗੁਰਸਿੱਖੀ ਭਾਣਾ ਮੰਨਣ ਵਾਲਾ ਕਹਿੰਦੇ ਇਹੋ ਜਿਹੇ ਗੁਰਸਿੱਖਾਂ ਦੀ ਧੂੜ ਦਿਓ। ਕਿਹੋ ਜਿਹੇ ਗੁਰਸਿੱਖਾਂ ਦੀ? ਬਾਬਾ ਦੀਪ ਸਿੰਘ ਜੀ ਵਰਗੇ ਗੁਰਸਿੱਖਾਂ ਦੀ। ਹਮ ਪਾਪੀ ਭੀ। ਆਓ ਜੀ ਇਹ ਪੰਕਤੀਆਂ ਨੂੰ ਪੜ੍ਹ ਕੇ ਆਪਾਂ ਹਾਜ਼ਰੀ ਲਵਾਈਏ ਜੀ। ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਧੂੜ ਦੇ। ਗੁਰਸਿੱਖਾਂ ਕੇ ਹਰ ਧੂੜ ਦੇਹ। ਗੁਰਸਿੱਖਾਂ ਕੇ ਹਰ ਧੂੜ ਦੇਹ। ਹਮ ਪਾਪੀ ਭੀ ਗਤ ਪਾਹੇ, ਹਮ ਪਾਪੀ ਭੀ ਗਤ ਪਾਹੇ। ਹਮ ਪਾਪੀ ਭੀ ਗਤ ਪਾਹੇ। ਹਮ ਪਾਪੀ ਭੀ ਗਤ ਪਾਹੇ। ਗੁਰਮੁਖੋ, ਅੱਜ ਨਾ ਜਿੰਨੀ ਸ਼ਰਧਾ ਸੰਗਤ ਦੀ ਹਰਿਮੰਦਰ ਸਾਹਿਬ ਦੇ ਉੱਪਰ ਹੈ, ਤੇ ਹਰੇਕ ਹਰਿਮੰਦਰ ਸਾਹਿਬ ਦਾ ਯਾਤਰੂ ਬਾਬਾ ਦੀਪ ਸਿੰਘ ਦੇ ਸਥਾਨਾਂ ਦੀ ਯਾਤਰਾ ਕਰਨੀ ਚਾਹੁੰਦਾ ਜਾਂਦਾ। ਕਈਆਂ ਨੇ ਬਹੁਤ ਸੋਹਣੀਆਂ ਵੱਡੀਆਂ ਵੱਡੀਆਂ ਤਸਵੀਰਾਂ ਬਾਬਾ ਦੀਪ ਸਿੰਘ ਜੀ ਦੀਆਂ ਘਰੇ ਲਾਈਆਂ ਨੇ। ਦੋ ਸ਼ਖਸੀਅਤਾਂ ਨੂੰ ਗੁਰੂ ਘਰੋਂ ਬੜਾ ਮਾਣ ਮਿਲਿਆ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਇੱਕ ਬਾਬਾ ਬੁੱਢਾ ਜੀ, ਦੂਸਰੇ ਬਾਬਾ ਦੀਪ ਸਿੰਘ ਜੀ। ਸੰਗਤਾਂ ਨੂੰ ਇੰਨਾ ਕੁ ਇਹਨਾਂ ਮਹਾਂਪੁਰਖਾਂ ਦੇ ਉੱਪਰ ਵਿਸ਼ਵਾਸ ਹੈ। ਬਾਬਾ ਬੁੱਢਾ ਜੀ ਨੂੰ ਕਿਸੇ ਨੇ ਪੁੱਛਿਆ ਜੀ ਤੁਹਾਡੇ ਬੋਲ ਪੂਰੇ ਹੁੰਦੇ ਹੈ? ਉਦੋਂ ਨਹੀਂ, ਅੱਜ ਵੀ ਹੁੰਦੇ ਹੈ, ਤੁਸੀਂ ਦਿੰਦੇ ਹੋ? ਬਾਬਾ ਬੁੱਢਾ ਜੀ ਨੇ ਕਿਹਾ ਅਸੀਂ ਕੁਝ ਨਹੀਂ ਦਿੰਦੇ ਹੈ, ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ। ਜੇ ਅਸੀਂ ਤੁਹਾਡੇ ਵਾਸਤੇ ਆਪਣੇ ਗੁਰੂ ਤੋਂ ਕੁਝ ਮੰਗਦੇ ਤੇ ਗੁਰੂ ਸਾਨੂੰ ਕਦੇ ਮੋੜਦਾ ਨਹੀਂ ਹੈ। ਤੁਹਾਨੂੰ ਕੁਝ ਚਾਹੀਦਾ ਹੈ, ਅਸੀਂ ਗੁਰੂ ਨੂੰ ਕਹਿ ਦਿੰਦੇ ਮਹਾਰਾਜ ਨੂੰ ਇਹ ਚਾਹੀਦਾ, ਮੋੜਦਾ ਨਹੀਂ। ਸੱਚ ਜਾਣਿਓ ਸੰਗਤ ਦੀ ਬਹੁਤ ਸ਼ਰਧਾ ਹੈ। ਬਾਬਾ ਬੁੱਢਾ ਜੀ ਦੇ ਪਾਵਨ ਸਥਾਨ ਤੇ ਸੰਗਤ ਦੀ ਬਹੁਤ ਸ਼ਰਧਾ ਹੈ। ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਜੋ ਮੰਗਦੇ ਗੁਰਮੁਖ ਉਹਨੂੰ ਉੱਥੋਂ ਮਿਲ ਜਾਂਦਾ ਹੈ। ਜੋ ਮੰਗਦਾ ਉਹਨੂੰ ਉੱਥੋਂ ਮਿਲ ਜਾਂਦਾ ਹੈ। ਉਹਦੀ ਬਖਸ਼ਿਸ਼। ਇੱਕ ਨਾ ਕਾਫੀ ਟਾਈਮ ਹੋ ਗਿਆ, ਮੇਰੇ ਖਿਆਲ ਤੋਂ ਇੱਕ ਨਾ ਪੰਕਤੀ ਲਿਖੀ ਹੈ ਸ਼ਹੀਦ ਬਾਬਾ ਦੀਪ ਸਿੰਘ ਦੇ ਸਥਾਨ ਤੇ। ਅਸੀਂ ਸੰਥਿਆ ਲੈਂਦੇ ਹੁੰਦੇ ਸੀ ਦੂਖਨਿਵਾਰਨ ਨੂੰ ਗੁਰਦੁਆਰੇ। ਸਾਡੇ ਉਸਤਾਦ ਜੀ ਸਾਨੂੰ ਨਾ ਹਰਿਮੰਦਰ ਸਾਹਿਬ ਲੈ ਕੇ ਗਏ, ਅੱਜ ਤੋਂ 20 ਸਾਲ ਪੁਰਾਣੀ ਗੱਲ ਹੋਣੀ ਹੈ। ਉੱਥੇ ਨਾ ਇੱਕ ਪੰਕਤੀ ਲਿਖੀ ਹੈ ਦਰਬਾਰ ਦੇ ਬਿਲਕੁਲ ਸਾਹਮਣੇ, ਵੀ ਰੋਜ਼ ਅਸੀਂ ਕਈ ਵਾਰੀ ਪੜ੍ਹਦੇ ਵੀ ਉਹ ਪੰਕਤੀ। ਉਹ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਇਹ ਪੰਕਤੀ ਮੈਂ ਉੱਥੇ ਇਕੱਠ ਕੀਤੀ ਸੀ ਬਾਬਾ ਦੀਪ ਸਿੰਘ, ਮੈਨੂੰ ਹਜੇ ਵੀ ਚੇਤਾ ਹੈ, 20 ਸਾਲ ਪੁਰਾਣੀ ਗੱਲ। ਉੱਥੋਂ ਦਾ ਇੱਕ ਗ੍ਰੰਥੀ ਸਿੰਘ ਸੀ, ਮੈਨੂੰ ਨਾਮ ਵਿਸਰ ਗਿਆ। ਸਾਨੂੰ ਉਹਨਾਂ ਨੇ ਉਸਤਾਦ ਜੀ ਦਾ, ਸਾਰੇ ਬੱਚੇ ਉੱਥੋਂ ਦੇ ਪੜ੍ਹੇ ਹੋਏ, ਸਾਨੂੰ ਸਤਿਕਾਰ ਕੀਤਾ, ਸਾਨੂੰ ਉਹਨਾਂ ਨੇ ਜਲ ਪਾਣੀ ਛਕਾਇਆ। ਉਹ ਗ੍ਰੰਥੀ ਸਿੰਘ ਨਾ
ਦੱਸਣ ਲੱਗ ਪਿਆ ਜੀ ਇੱਥੇ ਬੜੀ ਬਖਸ਼ਿਸ਼ ਵਰਤਦੀ ਹੈ। ਕਹਿੰਦਾ ਵੀ ਇੱਕ ਵਾਰੀ ਉਹ ਦੱਸਦਾ, ਕਹਿੰਦਾ ਵੀ ਮੇਰੀ ਮਾਤਾ ਜੀ ਬਹੁਤ ਬਿਮਾਰ ਸੀ, ਉੱਥੇ ਗ੍ਰੰਥੀ ਸਿੰਘ ਸੀ, ਮੈਨੂੰ ਨਾਮ ਵਿਸਰ ਗਿਆ, ਇਹ ਤੋਂ 20 ਸਾਲ ਪੁਰਾਣੀ ਗੱਲ ਹੈ। ਕਹਿੰਦਾ ਜੀ ਮੈਨੂੰ ਫੋਨ ਆ ਗਿਆ ਵੀ ਮਾਤਾ ਜੀ ਬੜੇ ਵੀ ਸੀਰੀਅਸ ਨੇ, ਢਿੱਲੇ ਹੋ ਗਏ ਨੇ ਤੇ ਉਹਨਾਂ ਨੂੰ ਕਿਤੇ ਹਸਪੀਟਲ ਐਡਮਿਟ ਕਰਾਉਣਾ ਹੈ ਤੇ ਮੇਰੇ ਕੋਲ ਪੈਸਾ ਕੋਈ ਨਹੀਂ ਸੀ। ਉਹ ਗ੍ਰੰਥੀ ਸਿੰਘ ਕਹਿੰਦੇ ਪੈਸਾ ਕੋਈ ਨਹੀਂ, ਤੇ ਮੈਂ ਜਾਣਾ ਸੀ ਪ੍ਰੋਗਰਾਮ ਦੇ ਉੱਪਰ ਵੀ ਕਿਤੇ ਕੋਈ ਪ੍ਰੋਗਰਾਮ ਸੀ ਤੇ ਘਰੋਂ ਫੋਨ ਵੀ ਆਇਆ, ਟੈਨਸ਼ਨ 'ਚ ਵੀ ਸਾਂ, ਪ੍ਰੋਗਰਾਮ ਤੇ ਜਾਣਾ, ਪੈਸਾ ਵੀ ਨਹੀਂ ਹੈ। ਕਹਿਣ ਲੱਗਾ ਫਿਰ ਮੈਂ ਪ੍ਰੋਗਰਾਮ ਤੇ ਗਿਆ। ਉਹ ਕਹਿੰਦੇ ਜੀ ਅੱਧਾ ਕੁ ਘੰਟਾ ਕਿਤੇ ਕਥਾ ਦੀ ਹਾਜ਼ਰੀ ਭਰਨੀ ਸੀ ਕਿਸੇ ਦੇ ਘਰੇ, ਉਹ ਬਾਹਰੋਂ ਪਰਿਵਾਰ ਜਿਹੜਾ ਫੈਮਿਲੀ ਬਾਹਰੋਂ ਆਈ ਹੋਈ ਸੀ। ਕਹਿੰਦਾ ਜੀ ਬਾਬਾ ਦੀਪ ਸਿੰਘ ਦੀ ਮੈਂ ਕਥਾ ਕੀਤੀ ਅੱਧਾ ਕੁ ਘੰਟਾ, ਚਲੋ ਉਹ ਗੁਰੂ ਘਰ ਵੀ ਉੱਥੇ ਸੇਵਾ ਮਿਲੀ ਸੀ, ਗ੍ਰੰਥੀ ਸਿੰਘ ਸਾਂ। ਤੇ ਕਹਿਣ ਲੱਗੇ ਜਦੋਂ ਮੈਂ ਕਥਾ ਕੀਤੀ ਮੈਂ ਸੋਚਿਆ ਨਹੀਂ ਸੀ, ਦਿਮਾਗ 'ਚ ਸੀ ਵੀ ਚਲੋ ਉੱਥੋਂ 1100 ਭੇਟਾ ਮਿਲ ਜੇਗੀ, 2100 ਭੇਟਾ ਮਿਲ ਜੇਗੀ, ਘੱਟ ਉਦੋਂ ਤੇ 2100 ਵੀ ਨਹੀਂ ਸੀ ਦਿੰਦੇ, ਅੱਜ ਤੋਂ 20 ਸਾਲ ਪਹਿਲਾਂ 500 ਭੇਟਾ ਮਿਲ ਜੇਗੀ। ਕਹਿਣ ਲੱਗੇ ਜੀ ਮੈਨੂੰ ਪਤਾ ਹੀ ਨਹੀਂ ਲੱਗਾ, ਉਹਨਾਂ ਨੇ ਤੁਰਨ ਲੱਗਿਆ ਉਦੋਂ ਮੋਟਰਸਾਈਕਲ ਮੇਰੇ ਕੋਲ ਕਹਿੰਦਾ ਹੁੰਦਾ ਸੀ, ਮੇਰੀ ਜੇਬ 'ਚ ਪੈਸੇ ਪਾਏ, ਮੈਂ ਘਰੇ ਜਾ ਕੇ ਵੇਖਿਆ ਤੇ ਉਹ 20-21 ਹਜ਼ਾਰ ਰੁਪਈਆ ਉਹਨਾਂ ਨੇ ਮੇਰੀ ਜੇਬ 'ਚ ਪਾਇਆ ਸੀ। ਤੇ ਜਦੋਂ ਮੈਂ ਜਾ ਕੇ ਰਸਤੇ 'ਚ ਵੀ ਜਾਂਦਾ ਜੇਬ 'ਚ ਹੱਥ ਮਾਰਿਆ, ਮੈਨੂੰ ਪਤਾ ਵੀ ਨਹੀਂ ਸੀ ਵੀ ਇੰਨੀ ਬਖਸ਼ਿਸ਼ ਵਰਤਣੀ ਹੈ। ਕਹਿੰਦਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕੀਤੇ, ਉਹ ਨੋਟਾਂ ਦੀਆਂ ਜੇਬਾਂ ਭਰ ਦਿੰਦਾ 1 ਮਿੰਟ ਦੇ ਅੰਦਰ। ਉਹ ਬੜੀ ਸ਼ਰਧਾ ਵਾਲੀ ਉਹਨੇ ਗੱਲ ਕਹੀ। ਮੇਰਾ ਉਸ ਸਮੇਂ ਤੋਂ ਹੀ ਉਹ ਮਹਾਂਪੁਰਖਾਂ ਦੇ ਸਥਾਨਾਂ ਤੇ ਵੀ ਅੱਜ ਬਹੁਤ ਸੰਗਤਾਂ ਜੁੜੀਆਂ, ਬਹੁਤ ਸੁਸਾਇਟੀਆਂ ਬਣੀਆਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਪਰ। ਸੱਚ ਜਾਣਿਓ ਜਦੋਂ ਸੰਗਤ ਜੁੜ ਕੇ ਉਹਨਾਂ ਮਹਾਂਪੁਰਖਾਂ ਨੂੰ ਵੀ ਯਾਦ ਕਰਦੀ, ਕੋਈ ਐਸੀ ਦਾਤ ਨਹੀਂ ਜਿਹੜੀ ਨਹੀਂ ਮਿਲਦੀ। ਉਹ ਕੱਲੀਆਂ ਦਾਤਾਂ ਨਹੀਂ ਦਵਾਉਂਦੇ ਆ, ਉਹਨਾਂ ਦਾ ਜੀਵਨ ਪੜ੍ਹਿਓ ਤੇ ਗੁਰਮੁਖ ਕਾਰੋ ਪਾਪੀਆਂ ਨੂੰ ਚਰਨਾਂ ਨਾਲ ਜੋੜ ਕੇ ਗੁਰੂ ਰਾਮਦਾਸ ਦੇ ਘਰ ਤੋਂ ਬਖਸ਼ਾ ਵੀ ਲੈਂਦੇ ਆ। ਗੁਰਸਿੱਖਾਂ ਕੀ ਹਰ ਧੂੜ ਦੇ, ਇਹ ਅਰਦਾਸ ਸਾਡੀ ਕਿਹਦੇ ਅੱਗੇ ਹੈ? ਗੁਰੂ ਤੇ ਰੱਬ ਅੱਗੇ। ਗੁਰਸਿੱਖ ਕੌਣ ਨੇ? ਬਾਬਾ ਦੀਪ ਸਿੰਘ ਜੀ ਹੋਣੇ, ਭਾਈ ਮਣੀ ਸਿੰਘ ਜੀ ਹੋਣੇ, ਔਰ ਬੜੀ ਚੜ੍ਹਦੀ ਕਲਾ ਬਾਬਾ ਬੁੱਢਾ ਜੀ। ਇਹ ਸ਼ਖਸੀਅਤ ਆ, ਇਹੋ ਜਿਹੇ ਕਿਤੇ ਚਰਨਾਂ ਦੀ, ਇਹੋ ਜਿਹੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲ ਜੇ। ਅਸੀਂ ਤੇ ਲੋਚਦੇ ਆ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ। ਅਸੀਂ ਤੇ ਸੌਣ ਲੱਗਿਆ ਵੀ ਇਹੀ ਮੰਗ ਕੇ ਸੌਂਦੇ ਐ, ਮੋਹ ਕੋ ਕਾਦ ਸੰਤਨ ਕੀ ਧੂਰੇ, ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦਿਓ ਜੀ। ਗੁਰ ਸਿੱਖਾ ਕੀ ਹਰ ਧੂੜ ਦੇ, ਗੁਰ ਸਿੱਖਾ ਕੀ ਹਰ ਧੂੜ ਦੇ, ਗੁਰ ਸਿੱਖਾਂ ਕੇ ਹਰ ਧੂੜ ਦੇ, ਗੁਰ ਸਿੱਖਾਂ ਕੇ ਹਰ ਧੂੜ ਦੇ। ਹਮ ਪਾਪੀ ਭੀਗਤ ਪਾਹੇ, ਹਮ ਪਾਪੀ ਭੀਗਤ ਪਾਹੇ, ਹਮ ਪਾਪੀ ਭੀਗਤ ਪਾਹੇ, ਹਮ ਪਾਪੀ ਭੀਗਤ ਪਾਹੇ। ਬਾਬਾ ਦੀਪ ਸਿੰਘ ਜੀ ਦਾ ਜਨਮ, ਆਪਾਂ ਥੋੜ੍ਹੀਆਂ ਜਿਹੀਆਂ ਬੇਨਤੀਆਂ, ਸਮਾਂ ਸਾਡੇ ਕੋਲ ਥੋੜ੍ਹਾ, ਵੈਸੇ ਦਾਸ ਨੇ ਬਹੁਤ ਵਾਰੀ ਆਪ ਜੀ ਨਾਲ ਇਤਿਹਾਸ ਸਾਂਝਾ ਵੀ ਕੀਤਾ। ਪਹੂਬਿੰਡ ਪਿੰਡ ਹੈ, ਵੈਸੇ ਲਾਹੌਰ ਪਰਗਣੇ ਦੇ ਵਿੱਚ ਪੈਂਦਾ ਸੀ, ਚਲੋ ਬਾਅਦ 'ਚ ਜ਼ਿਲ੍ਹਾ ਤਰਨਤਾਰਨ ਸਾਹਿਬ ਬਣਿਆ, ਹੁਣ ਤਰਨਤਾਰਨ ਦੇ ਨੇੜੇ ਹੈ। ਇੱਥੇ ਭਾਈ ਭਗਤੂ ਜੀ ਰਹਿੰਦੇ, ਜਿਹੋ ਜਿਹਾ ਉਹਨਾਂ ਦਾ ਨਾਮ ਸੀ, ਅੰਦਰ ਵੀ ਭਗਤੀ ਭਾਵਨਾ, ਬੰਦਗੀ ਬਹੁਤ ਹੋਏਗੀ ਜਿਨ੍ਹਾਂ ਦੇ ਘਰੇ ਇਹੋ ਜਿਹੇ ਮਹਾਂਪੁਰਖ ਜਨਮ ਲੈਂਦੇ ਆ। ਮਾਤਾ ਜਿਉਣੀ ਬੜਾ ਪਿਆਰਾ ਪਰਿਵਾਰ, ਜ਼ਿਮੀਂਦਾਰ ਪਰਿਵਾਰ ਹੈ, ਬੜੀ ਬੰਦਗੀ ਹੈ, ਨਿਤਨੇਮੀ। ਮਾਝੇ ਦੀ ਸੰਗਤ ਦੀ ਸਾਡੇ ਨਾਲੋਂ ਸ਼ਰਧਾ ਜ਼ਿਆਦੀ ਹੈ ਜੀ, ਕਿਤੇ ਵੀ ਵੇਖਿਓ। ਇਹਦੇ ਨਾਲ ਮਹਾਂਪੁਰਖ ਕਈ ਵਾਰੀ ਸੇਵਾ ਕਰਾਉਂਦੇ ਨੇ ਤੇ ਮਾਝੇ ਦੀ ਸੰਗਤ ਜ਼ਿਆਦਾ ਸੇਵਾ ਕਰਨ ਆਉਂਦੀ ਹੈ। ਕੁਦਰਤੀ ਤੌਰ ਤੇ ਉਹਨਾਂ ਦੇ ਅੰਦਰ ਇੱਕ ਇਹੋ ਜਿਹੀ ਭਾਵਨਾ ਹੈ, ਉਹ ਜ਼ਿਆਦਾ, ਕਿਉਂਕਿ ਉੱਥੇ ਮਹਾਰਾਜ ਵਿਚਰੇ ਬਹੁਤ ਸਮਾਂ, ਉਹ ਕਿਤੇ ਨਾ ਕਿਤੇ ਬਜ਼ੁਰਗਾਂ ਤੋਂ ਉਹਨਾਂ ਨੂੰ ਉਹ ਕੁਝ ਮਿਲਿਆ ਜੋ। ਇਹ ਬੜੀ ਬੰਦਗੀ, ਨਿਤਨੇਮ ਹਰਿਮੰਦਰ ਸਾਹਿਬ ਦੇ ਨੇੜੇ ਉੱਥੇ ਜਾਣਾ। ਸਮਾਂ ਲੰਘਦਾ ਗਿਆ ਜੀ, ਉਹ ਕਮਾਦ ਉਦੋਂ ਲੱਗਦੇ ਹੁੰਦੇ ਸਨ। ਉਹ ਭਾਈ ਭਗਤੂ ਨੇ ਕੁਝ ਬੰਦੇ ਕਈ ਵਾਰੀ ਨਾਲ ਲਾਉਣੇ, ਵੇਲਣਾ ਗੇੜਨਾ, ਉਦੋਂ ਬੰਦਿਆਂ ਦੀ ਜ਼ਰੂਰਤ ਹੁੰਦੀ ਸੀ। ਤਾਂ ਹੀ ਤੇ ਬੱਚੇ ਇੱਕ ਪਰਿਵਾਰ ਦੇ ਅੰਦਰ 8-8 ਲੜਕੇ ਹੋ ਜਾਂਦੇ ਸਨ। ਉਹ ਕਹਿੰਦੇ ਬੰਦਿਆਂ ਨਾਲ ਹੀ ਹੈ ਸਾਰਾ ਕੁਝ। ਹੁਣ ਤੇ ਹੋਰ ਸਮਾਂ ਬੜਾ ਬਦਲ ਗਿਆ, ਬੜਾ ਚੇਂਜ ਹੋ ਗਿਆ ਸਮਾਂ। ਉਦੋਂ ਕਹਿੰਦੇ ਸੀ ਬੰਦਿਆਂ ਦੀ ਤਾਕਤ ਨਾਲ ਹੀ ਹੈ ਸਾਰਾ ਕੁਝ, ਤੇ ਕੰਮ ਹੀ ਇਹੋ ਜਿਹੇ ਹੁੰਦੇ ਸਨ, ਬੰਦਿਆਂ ਤੋਂ ਬਗੈਰ ਠੀਕ ਨੇ। ਤੇ ਇਹਨਾਂ ਦੇ ਘਰੇ ਔਲਾਦ ਕੋਈ ਨਹੀਂ ਹੈ, ਕਾਰੋਬਾਰ ਵਧੀਆ ਹੈ।
ਵੇਲਣੇ ਲੱਗੇ ਹੁੰਦੇ ਸਨ ਉੱਥੇ ਬੰਦਿਆਂ ਦੀ ਖੇਤ 'ਚ, ਤੇ ਹੁਣ ਬੰਦਿਆਂ ਦੀ ਜ਼ਰੂਰਤ ਹੈ। ਇੱਕ ਦਿਨ ਭਾਈ ਭਗਤੂ ਜੀ ਖੇਤ ਗਏ ਹੋਏ ਨੇ ਤੇ ਘਰ ਵਾਲਿਆਂ ਨੂੰ ਉਡੀਕਦੇ ਸਨ ਵੀ ਉਹ ਆਉਣਗੇ ਮਾਤਾ ਜਿਉਣੀ ਜੀ, ਕਿਉਂਕਿ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਸਨ। ਘਰ ਦਾ ਕੰਮ ਹੁੰਦਾ ਸੀ ਬੀਬੀਆਂ ਨੂੰ, ਉਹ ਘਰ ਦਾ ਕੰਮ ਕਰਨਾ, ਉਹਨਾਂ ਅੰਮ੍ਰਿਤ ਵੇਲੇ ਉੱਠ ਪੈਣਾ। ਉਦੋਂ ਸਾਰੀਆਂ ਬੀਬੀਆਂ ਬਾਣੀ ਵੀ ਪੜ੍ਹਦੀਆਂ ਸਨ, ਹੁਣ ਬਾਣੀ ਪੜ੍ਹਨ ਵਾਸਤੇ ਵੀ ਟਾਈਮ ਚਾਹੀਦਾ ਹੈ। ਫਿਰ ਉਹਨਾਂ ਨੇ ਸਾਰਾ ਘਰ ਦਾ ਕੰਮ ਨਿਬੇੜਨਾ, ਫਿਰ ਖੇਤ ਰੋਟੀ ਲੈ ਕੇ ਜਾਣੀ, ਸਾਰਾ ਦਿਨ ਖੇਤ ਉਹ ਆਪਣੇ ਪਤੀ ਦੇ ਨਾਲ ਉਹ ਕੰਮ ਕਰਾਉਣਾ, ਸ਼ਾਮ ਨੂੰ ਫਿਰ 4 ਵਜੇ ਘਰੇ ਆ ਜਾਣਾ, ਘਰ ਫਿਰ ਆਣ ਕੇ ਸਾਂਭਣਾ, ਰੋਟੀ ਪਾਣੀ ਫਿਰ ਤਿਆਰ ਕਰਨਾ। ਉਹ ਭਾਈ ਭਗਤੂ ਜੀ ਬੈਠੇ, ਮਾਤਾ ਜਿਉਣੀ ਜੀ ਨੇ ਪ੍ਰਸ਼ਾਦਾ ਲੈ ਕੇ ਆਉਣਾ। ਜਦੋਂ ਆਏ ਵੀ ਚਲੋ ਅਸੀਂ ਉਦੋਂ ਕੰਮ ਸ਼ੁਰੂ ਕਰਾਂਗੇ, ਜਦੋਂ ਆਏ ਨਾ ਤੇ ਉਹ ਗੰਨਾ ਰੋਹ ਪੀ ਕੇ ਅਜੇ ਭਾਈ ਭਗਤੂ ਜੀ ਬੈਠੇ, ਪ੍ਰਸ਼ਾਦਾ ਆਇਆ ਤੇ ਮਾਤਾ ਜਿਉਣੀ ਕਹਿੰਦੀ ਜੀ ਪ੍ਰਸ਼ਾਦਾ ਛਕ ਲਓ। ਕਹਿੰਦੇ ਨੇ ਆਪਾਂ ਕੰਮ ਸ਼ੁਰੂ ਕਰੀਏ, ਪ੍ਰਸ਼ਾਦਾ ਬਾਅਦ ਹੀ ਛਕਾਂਗੇ, ਅਜੇ ਭੁੱਖ ਨਹੀਂ ਹੈ। ਪ੍ਰਸ਼ਾਦਾ ਉੱਥੇ ਰੱਖ ਦਿੱਤਾ, ਲੱਸੀ ਰੱਖ ਦਿੱਤੀ, ਆਪ ਫਿਰ ਕੰਮ 'ਚ ਲੱਗ ਗਏ। ਇਤਿਹਾਸ ਕਹਿੰਦੇ ਉੱਥੇ ਇੱਕ ਮਹਾਂਪੁਰਖ ਆਏ ਜੀ, ਬਾਬਾ ਦੀਪ ਸਿੰਘ ਜੀ ਦਾ ਗੁਰਮੁਖ ਪਿਆਰੂ ਜਨਮ ਉਹ ਬੰਦਗੀ 'ਚ ਹੋਇਆ, ਬੰਦਗੀ 'ਚੋਂ ਉਹ ਮਹਾਂਪੁਰਖ ਆਏ ਤੇ ਉਹ ਜਦੋਂ ਆ ਕੇ ਕੋਲ ਖੂਹ ਸੀ, ਕਹਿੰਦੇ ਖੂਹ ਦੇ ਉੱਪਰ ਬੈਠੇ ਉਹਨਾਂ ਨੇ ਜਲ ਛਕਣਾ ਸੀ। ਜਦੋਂ ਜਲ ਛਕਣਾ ਸੀ ਤੇ ਉਹਨੇ ਚਿਰ ਨੂੰ ਦੁਪਹਿਰ ਦਾ ਟਾਈਮ ਹੋ ਗਿਆ, ਭਾਈ ਭਗਤੂ ਨਾਲ ਵੀ ਪ੍ਰਸ਼ਾਦਾ ਛਕਣਾ। ਉਹ ਮਹਾਂਪੁਰਖਾਂ ਦੇ ਕੋਲ ਆਏ ਤੇ ਚਲੋ ਜਦੋਂ ਗੁਰਸਿੱਖ ਨੂੰ ਗੁਰਸਿੱਖ ਮਿਲਦੇ, ਉਹਨਾਂ ਦਾ ਬਾਣਾ ਹੋ ਜਿਹਾ ਸੀ, ਇਹਨਾਂ ਨੇ ਫਤਿਹ ਬੁਲਾਈ, ਉੱਥੇ ਉਹ ਬੈਠੇ ਤੇ ਭਾਈ ਭਗਤੂ ਜੀ ਉਹ ਮਹਾਂਪੁਰਖ ਨੂੰ ਕਹਿੰਦੇ ਜੀ ਪ੍ਰਸ਼ਾਦਾ ਹੈ ਰੁੱਖਾ ਮਿੱਸਾ, ਆਪ ਜੀ ਜੇ ਛਕੋ। ਉਹ ਹੱਸ ਪਏ ਮਹਾਂਪੁਰਖ, ਕਹਿੰਦੇ ਜੀ ਜ਼ਰੂਰ ਛਕਾਂਗੇ। ਉਹ ਛਕਣ ਲੱਗੇ, ਉਹ ਬੜੇ ਪਿਆਰ ਨਾਲ ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਭਾਈ ਸਾਹਿਬ ਜੀ ਨੇ ਪ੍ਰਸ਼ਾਦਾ ਛਕ ਲਿਆ ਨਾ ਤੇ ਉਹਨਾਂ ਨੇ ਪੁੱਛ ਲਿਆ ਵੀ ਕੰਮ ਰੋਕ ਕੇ ਪ੍ਰਸ਼ਾਦਾ ਛਕਦੇ ਹੋ, ਤੁਹਾਡੇ ਕੋਈ ਬੱਚੇ? ਕਿਉਂਕਿ 15 ਸਾਲ ਇਹਨਾਂ ਦੇ ਵਿਆਹ ਨੂੰ ਹੋ ਗਏ ਸਨ। ਜੇ ਮੰਨ ਲਓ ਉਦੋਂ ਭਾਈ ਭਗਤੂ ਜੀ ਦੀ 20 ਸਾਲ ਦੀ ਉਮਰ ਸੀ, 15 ਸਾਲ ਵਿਆਹ ਨੂੰ ਹੋ ਗਏ ਤਾਂ ਮਤਲਬ 35 ਸਾਲ ਦੀ ਉਹਨਾਂ ਦੀ ਉਮਰ ਹੋਏਗੀ ਉਸ ਸਮੇਂ। 15 ਸਾਲ ਵਿਆਹ, ਪੁੱਛ ਲਿਆ ਵੀ ਤੁਹਾਡੇ ਨਾਲ ਕੋਈ ਹੱਥ ਵਟਾਉਣ ਵਾਲਾ, ਤੁਹਾਡੇ ਕੋਈ ਪੁੱਤਰ ਬੱਚੇ? ਉਹਨਾਂ ਨੂੰ ਵੀ ਨਾਲ। ਉਹ ਮਾਈ ਜਿਉਣੀ ਅੱਖਾਂ ਭਰ ਕੇ ਕਹਿੰਦੀ ਹੈ ਮਹਾਂਪੁਰਖੋ ਸਾਡੇ ਘਰੇ ਕੋਈ ਔਲਾਦ ਨਹੀਂ ਹੈ। ਫਿਰ ਦੱਸ ਦਿੱਤਾ ਜੀ 15 ਸਾਲ ਸਾਡੇ ਵਿਆਹ ਨੂੰ ਹੋ ਗਏ ਹੈ। ਚਲੋ ਵੈਸੇ ਵਾਹਿਗੁਰੂ ਦਾ ਹੁਕਮ ਹੈ, ਕੋਈ ਤਰਲੇ ਨਹੀਂ ਸੀ ਲੈਂਦੇ। ਕਈ ਵਾਰੀ ਐਸਾ ਹੁੰਦਾ, 10 ਨੇ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਤੇ ਸਭ ਤੋਂ ਵੱਧ ਪਿਆਰ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਨਾਲ ਕੀਤਾ ਤੇ ਬੇਬੇ ਨਾਨਕੀ ਨੇ ਇੱਕ ਦਿਨ ਵੀ ਧੀ ਪੁੱਤ ਦੀ ਅਰਦਾਸ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ। ਇਹਨੂੰ ਤੇ ਗੁਰਸਿੱਖੀ ਭਾਣਾ ਮੰਨਿਆ ਕਹਿੰਦੇ ਆ, ਇਹਨੂੰ ਤੇ ਰੱਬ ਦੀ ਰਜ਼ਾ, ਇਹਨੂੰ ਤੇ ਰੱਬ ਦਾ ਹੁਕਮ ਕਹਿੰਦੇ ਆ। ਜੇ ਰੱਬ ਨੇ ਦੇਣਾ ਹੈ ਜੀ ਉਹ ਦੇਏਗਾ, ਜੇ ਨਹੀਂ ਦੇਏਗਾ ਉਹਦੀ ਰਜ਼ਾ 'ਚ ਸਾਨੂੰ ਫਿਰ ਵੀ ਖੁਸ਼ ਰਹਿਣਾ ਚਾਹੀਦਾ ਹੈ, ਇਹ ਉਹਦਾ ਹੁਕਮ ਹੈ। ਤੇ ਬੇਬੇ ਨਾਨਕੀ ਦਾ ਬੱਚਾ ਕੋਈ ਨਹੀਂ ਜੋ ਹੋਇਆ, ਨਾ ਧੀ ਨਾ ਪੁੱਤ, ਰੱਬ ਦੇ ਹੁਕਮ 'ਚ ਉਹਦੀ ਰਜ਼ਾ 'ਚ ਤੇ ਸਾਰਾ ਸਦਾ। ਕਈ ਕਹਿੰਦੇ ਨਾ ਉਹ ਬੱਚਿਆਂ ਨਾਲ ਨਾਮ ਰਹਿੰਦਾ ਹੈ, ਬਹੁਤੇ ਗੱਲ ਇਹ ਕਹਿੰਦੇ ਵੀ ਬੱਚਿਆਂ ਨਾਲ ਨਾਮ ਰਹਿੰਦਾ ਸੰਸਾਰ ਦੇ। ਬੇਬੇ ਨਾਨਕੀ ਦਾ ਕੋਈ ਬੱਚਾ ਨਹੀਂ ਸੀ। ਜਦੋਂ ਬਾਬੇ ਨਾਨਕ ਨੂੰ ਕੋਈ ਯਾਦ ਕਰਦਾ, ਬੇਬੇ ਨਾਨਕੀ ਨੂੰ ਯਾਦ ਕਰਨ ਤੋਂ ਬਗੈਰ ਉਹ ਰਹਿ ਹੀ ਨਹੀਂ ਸਕਦਾ। ਬਿਨਾਂ ਬੱਚਿਆਂ ਤੋਂ ਆਪਣਾ ਨਾਮ ਬਣਾ ਕੇ ਗਏ ਨੇ। ਇਤਿਹਾਸ ਪਏ ਨੇ YouTube ਤੇ ਭਰਿਓ ਬੇਬੇ ਨਾਨਕੀ, ਤੁਹਾਨੂੰ ਮੇਰੇ ਖਿਆਲ ਵੀ ਹਜ਼ਾਰਾਂ ਵਿਦਵਾਨਾਂ ਦਾ ਇਤਿਹਾਸ ਮਿਲੇਗਾ ਜਿਨ੍ਹਾਂ ਨੇ ਬੇਬੇ ਨਾਨਕੀ ਦੇ ਜੀਵਨ ਤੇ ਬੋਲਿਆ। ਮਨੁੱਖ ਦੇ ਅੰਦਰ ਸੱਚ ਹੋਣਾ ਚਾਹੀਦਾ, ਅੰਦਰ ਬੰਦਗੀ ਹੋਣੀ ਚਾਹੀਦੀ। ਨਾਮ ਤੇ ਸੰਸਾਰ ਮਿਟਣ ਹੀ ਨਹੀਂ ਦਿੰਦਾ। ਦਾਸ ਨੇ ਪਹਿਲਾਂ ਪੰਕਤੀ ਪੜ੍ਹੀ, ਆਵੇ ਨਾ ਜਾਹੀ ਨਾ ਕਬਹੂ ਮਰਤੇ ਭਾਰ ਬ੍ਰਹਮ ਸੰਗਾਰੀ ਨੇ। ਭਾਈ ਭਗਤੂ ਜੀ ਕਹਿੰਦੇ ਮਹਾਂਪੁਰਖੋ ਰੱਬ ਦੀ ਰਜ਼ਾ 'ਚ ਰਾਜੀ ਹੈ, ਉਹਦੀ ਦਾਤ ਹੈ, ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ ਹੈ ਉਹਦੇ ਕੋਲ ਸਭ ਕੁਝ। ਕਰਮ ਨਹੀਂ ਅਜੇ ਹੋਣਗੇ ਵੀ ਉਹ ਮਿਲੇ। ਤੇ ਉਹ ਮਹਾਂਪੁਰਖ ਹੱਸੇ ਪੂਰਨ ਸਨ। ਉਹ ਮਾਤਾ ਜਿਉਣੀ ਨੂੰ ਕਹਿਣ ਲੱਗੇ, ਸਿਰ ਤੇ ਹੱਥ ਰੱਖ ਕੇ ਕਹਿੰਦੇ ਬੇਟੀ ਐਵੇਂ ਮਨ ਹੌਲਾ ਨਾ ਕਰ, ਤੇਰੇ ਘਰੇ ਤੇ ਸੰਤ ਸਿਪਾਹੀ ਪੁੱਤਰ ਨੇ ਜਨਮ ਲੈਣਾ। ਉਹ ਮਹਾਂਪੁਰਖਾਂ ਦੇ ਬਚਨ, ਜਦੋਂ ਮਹਾਂਪੁਰਖਾਂ ਦੇ ਚਿਹਰੇ ਵੱਲ ਵੇਖਿਆ ਨਾ, ਮਾਈ ਜਿਉਣੀ ਨੇ ਸਿਰ ਤੇ ਹੱਥ ਰੱਖਿਆ, ਬੇਟਾ ਐਵੇਂ ਹੌਸਲਾ ਨਾ ਛੱਡੋ, ਤੁਹਾਡੇ ਘਰੇ ਤੇ ਸੰਤ ਸਿਪਾਹੀ। ਉਹ ਮੀਰੀ ਪੀਰੀ ਦਾ ਸਿਧਾਂਤ 6ਵੇਂ ਪਾਤਸ਼ਾਹ ਨੂੰ ਸ਼ੁਰੂ ਕੀਤਾ ਹੈ। ਉਹ ਬਸ ਉਹ ਸਿਧਾਂਤ ਵਾਲਾ ਬੱਚਾ ਤੁਹਾਡੇ ਘਰੇ ਆਉਣਾ। ਸੰਤ ਵੀ ਹੋਏਗਾ, ਸਿਪਾਹੀ ਵੀ ਹੋਏਗਾ, ਕਲਮ ਵੀ ਚਲਾਏਗਾ, ਤਲਵਾਰ ਵੀ ਚੁੱਕੇਗਾ। ਤੇ ਮਾਈ ਜਿਉਣੀ ਨੇ ਜਦੋਂ ਸ਼ਰਧਾ ਨਾਲ ਵੇਖਿਆ ਨਾ ਮਹਾਂਪੁਰਖ ਵੱਲ, ਤੇ ਮਾਈ ਜਿਉਣੀ ਨੂੰ ਐਂ ਲੱਗਾ ਵੀ ਇੱਧਰ ਮਾਤਾ ਗੰਗਾ ਜੀ ਬੈਠੇ ਨੇ ਤੇ ਇੱਧਰ ਬਾਬਾ ਬੁੱਢਾ ਜੀ ਕੋਈ ਬਚਨ ਕਰ ਰਹੇ ਆ। ਉਸ ਤਰ੍ਹਾਂ ਹੀ ਇਹ ਘਟਨਾ ਵਾਪਰੀ। ਉਸ ਤਰ੍ਹਾਂ ਹੀ
ਉਹ ਮਹਾਂਪੁਰਖ ਫਿਰ ਕਹਿੰਦੇ ਚਲੋ ਤੁਹਾਡੇ ਨਾਲ ਅਸੀਂ ਕੰਮ 'ਚ ਹੱਥ ਵਟਾਉਣੇ, ਹੱਥ ਜੋੜੇ। ਕਹਿੰਦੇ ਨਹੀਂ ਜੀ, ਕਹਿੰਦੇ ਸਾਰਾ ਦਿਨ ਸ਼ਾਮ ਤੱਕ ਮਹਾਂਪੁਰਖ ਲੱਗੇ ਰਹੇ ਉਹਨਾਂ ਦੇ ਨਾਲ। ਕਹਿੰਦੇ ਚਲੋ ਅਸੀਂ ਤੁਹਾਡੇ ਨਾਲ ਹੱਥ ਵਟਾਉਣੇ ਆ। ਸ਼ਾਮ ਨੂੰ ਫਿਰ ਪਤਾ ਹੀ ਨਹੀਂ ਲੱਗਾ ਕਿੱਧਰੋਂ ਮਹਾਂਪੁਰਖ ਆਏ ਤੇ ਕਿੱਧਰ ਲੋਪ ਹੋ ਗਏ। ਫਿਰ 1.5 ਸਾਲ ਬਾਅਦ ਗੁਰਮੁਖ ਪਿਆਰੋ 1682 26 ਜਨਵਰੀ ਨੂੰ ਇਹਨਾਂ ਦੇ ਘਰੇ ਇੱਕ ਬੱਚੇ ਦਾ ਜਨਮ ਹੁੰਦਾ ਹੈ। ਇਹਦਾ ਮਤਲਬ ਵਿਆਹ ਤੋਂ 17 ਸਾਲਾਂ ਬਾਅਦ ਇਹਨਾਂ ਦੇ ਘਰੇ ਬੱਚੇ ਦਾ ਜਨਮ ਹੋਇਆ ਹੈ। ਉਹਦਾ ਨਾਮ ਰੱਖਿਆ ਗਿਆ ਜੀ ਦੀਪਾ। ਇਤਿਹਾਸ ਦੇ ਅੰਦਰ ਲਿਖਿਆ ਉਹ ਬੱਚਾ ਜਵਾਨ ਹੁੰਦਾ ਹੈ। ਜੇ ਮਾਪਿਓ ਬਾਣੀ ਪੜ੍ਹਦੇ ਇਹਦਾ ਮਤਲਬ ਸ਼ੁਰੂ ਤੋਂ ਬਾਣੀ ਨਾਲ ਜੋੜਿਆ ਹੋਏਗਾ। ਇਧਰੋਂ ਮਹਾਰਾਜ ਨੇ 1699 ਚ ਜਦੋਂ ਖੰਡੇ ਦੀ ਪੌਲ ਵਿਸਾਖੀ ਦੇ ਜੋੜ ਮੇਲੇ ਤੇ 5 ਸੀਸ ਮੰਗੇ, ਜਿਹੜੇ 5 ਪਿਆਰਿਆਂ ਨੇ ਅੰਮ੍ਰਿਤ ਛਕਿਆ, 5 ਮੁਕਤਿਆਂ ਨੇ ਅੰਮ੍ਰਿਤ ਛਕਿਆ, ਸਾਰੀ ਸੰਗਤ ਨੇ ਅੰਮ੍ਰਿਤ ਛਕਿਆ। ਅਗਲੀ ਵਿਸਾਖੀ ਤੇ ਮਹਾਰਾਜ ਨੇ ਹੁਕਮਨਾਮੇ ਮਾਝੇ ਚ, ਮਾਲਵੇ ਚ, ਸਾਰੀਆਂ ਜਗ੍ਹਾ ਤੇ ਲਿਖੇ। ਕਹਿਣ ਲੱਗੇ ਭਾਈ ਭਾਵੇਂ ਕੋਈ ਗੁਰੂ ਨਾਨਕ ਸਾਹਿਬ ਦੀ ਅੰਸ਼-ਬੰਸ਼ ਹੈ, ਬੇਦੀ ਕੁਲ ਚੋਂ ਹੈ, ਭਾਵੇਂ ਕੋਈ 63 ਕੁਲ ਚੋਂ ਹੈ, ਗੁਰੂ ਅੰਗਦ ਸਾਹਿਬ ਜੀ ਦੀ ਕੁਲ ਚੋਂ, ਭਾਵੇਂ ਕੋਈ ਭੱਲਿਆਂ ਦੀ ਕੁਲ ਚੋਂ, ਸੋਢੀ ਬੰਸ਼ ਚੋਂ ਹੈ, ਜਿੰਨੇ ਵੀ ਗੁਰੂ ਦੀ ਅੰਸ਼-ਬੰਸ਼ ਵਾਲੇ ਬੈਠੇ ਸਾਰੇ ਆਣ ਕੇ ਖੰਡੇ ਦੀ ਪੌਲ ਛਕੋ। 1699 ਤੋਂ ਬਾਅਦ 1700 ਦੀ ਵਿਸਾਖੀ ਤੇ ਬਹੁਤ ਜਥੇ ਮਾਝੇ ਚੋਂ ਗਏ ਜੀ ਅੰਮ੍ਰਿਤ ਛਕਣ ਵਾਸਤੇ। ਜਥੇ ਗਏ ਇੱਧਰੋਂ ਭਾਈ ਭਗਤੂ ਨੇ ਆਪਣੇ ਪੁੱਤਰ ਨੂੰ ਵੀ ਜਵਾਨ ਹੋ ਚੁੱਕਿਆ ਸੀ, ਇਹਨਾਂ ਨੂੰ ਵੀ ਕਿਹਾ ਵੀ ਇਹ ਬੱਚਾ ਵੀ ਕਹਿੰਦਾ ਜੀ ਮੈਂ ਅੰਮ੍ਰਿਤ ਪ੍ਰਾਪਤ ਕਰਨਾ ਹੈ। ਗੁਰਮੁਖੋ ਬੱਚੇ ਦੇ ਅੰਦਰ ਨਾ ਅੰਮ੍ਰਿਤ ਪ੍ਰਾਪਤੀ ਦੀ ਇੱਛਾ ਸਾਨੂੰ ਪ੍ਰਗਟ ਕਰਨੀ ਚਾਹੀਦੀ ਹੈ। ਪਹਿਲਾਂ ਨੇ ਉਹਨੂੰ ਚੱਲ ਵੀ ਤੈਨੂੰ ਗਾਤਰਾ, ਉਹਨੂੰ ਤਿਆਰ ਕਰੋ ਪਹਿਲਾਂ ਅੰਮ੍ਰਿਤ ਵਾਸਤੇ। ਅੰਮ੍ਰਿਤ ਵਾਸਤੇ ਚਲੋ ਗੁਰੂ ਸਾਹਿਬ ਜੀ ਕਿਰਪਾ ਕਰਨ, ਮੇਰੇ ਬੱਚੇ ਨੇ 2 ਸਾਲ ਅੰਮ੍ਰਿਤ ਮੰਗਿਆ। ਅਜੇ ਨਿੱਕਾ ਜਿਹਾ ਸੀ, 8-10 ਸਾਲ ਦਾ। ਮੈਂ 12 ਸਾਲ ਤੇ ਛਕਾਇਆ ਕਿਉਂਕਿ ਰਹਿਤ ਮਰਿਆਦਾ ਕਹਿੰਦੀ ਹੈ 2 ਸਾਲ ਹੁਣ ਹੋ ਗਏ ਹੈ। ਰਹਿਤ ਮਰਿਆਦਾ ਕਹਿੰਦੀ ਹੈ ਵੀ 12 ਸਾਲ ਦਾ ਬੱਚਾ ਕਕਾਰ ਸਮਝਣ ਤੇ ਕਕਾਰ ਸਾਂਭਣ ਦੇ ਯੋਗ ਹੋ ਜਾਂਦਾ ਹੈ। ਤੇ ਹੁਣ ਉਹ ਕਿਤੇ ਜਾਂਦਾ ਹੈ ਨਾ ਵਿਆਹ ਸ਼ਾਦੀ ਤੇ, ਉਹ ਵੇਖਦਾ ਰਹਿੰਦਾ ਵੀ ਇੱਥੇ ਕੋਈ ਦੂਸਰਾ ਤੇ ਨਹੀਂ। ਉਹ ਅੰਮ੍ਰਿਤ ਦੀ ਇੱਛਾ ਪੈਦਾ ਕਰਨੀ ਚਾਹੀਦੀ ਹੈ, ਫਿਰ ਅੰਮ੍ਰਿਤ ਛਕਣਾ ਚਾਹੀਦਾ ਹੈ। ਅੰਮ੍ਰਿਤ ਦੀ ਇੱਛਾ ਪ੍ਰਗਟ ਕੀਤੀ ਮਾਂ ਪਿਓ ਨੇ, ਫਿਰ ਅੰਮ੍ਰਿਤ ਦਾ ਅਭਲਾਖੀ ਬਣਿਆ ਜੀ ਬਾਬਾ ਦੀਪ ਸਿੰਘ। ਫਿਰ ਹੱਥ ਜੋੜ ਕੇ ਜਿਹੜਾ ਅੰਮ੍ਰਿਤ ਮੰਗਦਾ ਨਾ ਗੁਰਮੁਖੋ ਅੰਮ੍ਰਿਤ, ਫਿਰ ਉਹਦੇ ਤੋਂ ਖੁੱਸਦਾ ਨਹੀਂ ਜੇ ਕਦੇ। ਅੰਮ੍ਰਿਤ ਦੇ ਵੈਸੇ ਜਿਹੜਾ ਇੱਕ ਵਾਰੀ ਅੰਦਰ ਜਾਂਦੇ ਉਹ ਕਿਤੇ ਨਹੀਂ ਜਾਂਦਾ, ਕਈ ਵਾਰੀ ਉਹ ਬਰਤਨ ਟੁੱਟ ਜਾਂਦੇ ਅੰਮ੍ਰਿਤ ਤੇ ਫਿਰ ਵੀ ਟਿਕਿਆ ਹੀ ਰਹਿੰਦਾ। ਬਰਤਨ ਨਹੀਂ ਉਹ ਸਾਬਤ ਰੱਖ ਸਕਦਾ ਜਿਹਦੇ ਚ ਅੰਮ੍ਰਿਤ ਉਹਨੇ ਟਿਕਾਇਆ ਸੀ। ਇਹ ਤੁਹਾਨੂੰ ਮਿਲ ਜਾਣਗੇ। ਅੰਮ੍ਰਿਤ ਦਾ ਪਹਿਲਾਂ ਅਭਲਾਖੀ ਬਣਨਾ ਚਾਹੀਦਾ ਸਾਨੂੰ, ਫਿਰ ਮੰਗ ਕੇ ਦਾਤ ਲਾਂਗੇ, ਉਹ ਵਿਸਰੇਗੀ ਨਹੀਂ। ਬਾਬਾ ਦੀਪ ਸਿੰਘ ਜੀ ਚਲੇ ਗਏ ਜੀ, ਅੰਮ੍ਰਿਤ ਪ੍ਰਾਪਤ ਕੀਤਾ। ਤੇ ਇਤਿਹਾਸ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ 5 ਪਿਆਰਿਆਂ 'ਚ ਲੱਗੇ ਸਨ ਆਪ। ਤੇ ਜਿਹਨੂੰ ਮਹਾਰਾਜ ਨੇ ਹੱਥੀਂ ਅੰਮ੍ਰਿਤ ਛਕਾਇਆ ਹੋਵੇ ਫਿਰ ਉਹ ਡੋਲ ਕਿਵੇਂ ਸਕਦਾ? ਵਾਪਸ ਜਾਣਾ ਸੀ। ਉਹ ਬਾਬਾ ਦੀਪ ਸਿੰਘ ਕਹਿੰਦੇ ਜੀ ਅਸੀਂ ਨਹੀਂ ਜਾਣਾ, ਮੈਂ ਤੇ ਇੱਥੇ ਮਾਂ ਘੋੜ ਸਵਾਰੀ ਸਿੱਖਣੀ ਹੈ, ਮੈਂ ਤੇ ਇੱਥੇ ਸ਼ਾਸਤਰ ਵਿਦਿਆ ਸਿੱਖਣੀ, ਮੈਂ ਸ਼ਾਸਤਰ ਪੜ੍ਹ। ਉਹ ਬਹੁਤ ਕੋਈ ਭਾਈ ਮਣੀ ਸਿੰਘ ਜੀ ਉੱਥੇ ਵਿਦਵਾਨ ਬਹੁਤ ਵੱਡੇ ਸਨ ਗੁਰੂ ਦਰਬਾਰ ਦੇ ਅੰਦਰ, 22 ਸਾਲ ਵੱਡੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ। ਭਾਈ ਮਣੀ ਸਿੰਘ ਜੀ ਉਹਨਾਂ ਨੇ ਉੱਥੇ ਸੰਥਿਆ ਕਰਵਾਉਂਦੇ ਸਨ। ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਮੈਂ ਵਾਪਸ ਨਹੀਂ ਜਾਣਾ, ਮੈਂ ਸੰਥਿਆ ਕਰਨੀ, ਮੈਂ ਘੋੜ ਸਵਾਰੀ ਸਿੱਖਣੀ ਹੈ। ਮਹਾਰਾਜ ਦੇ ਕੋਲ ਫਿਰ ਪ੍ਰਵਾਦ ਗਿਆ ਜੀ ਇਹ ਸਾਡਾ ਬੱਚਾ, ਇਹਦਾ ਵਿਆਹ ਵਗੈਰਾ ਕਰਨਾ ਹੈ। ਤੇ ਇਹ ਕਹਿੰਦੇ ਵਾਪਸ ਨਹੀਂ ਜਾਣਾ। ਮਹਾਰਾਜ ਕਹਿੰਦੇ ਕੋਈ ਨਹੀਂ, ਇਹਨੂੰ ਇੱਥੇ ਰਹਿਣ ਦਿਓ, ਜੇ ਰਹਿਣਾ ਚਾਹੁੰਦੇ। ਇਹਦਾ ਨਾਮ ਦੀਪਕ ਹੈ, ਇਹਦੇ ਤੋਂ ਅਸੀਂ ਕਈ ਦੀਵੇ ਜਗਾਉਣੇ ਆ। ਬਾਬਾ ਦੀਪ ਸਿੰਘ ਨੇ ਉਦੋਂ ਹੀ ਨਹੀਂ ਕਈ ਦੀਵੇ ਜਗਾਏ, ਅੱਜ ਵੀ ਉਹ ਦੀਵੇ ਜਗਾਉਂਦੇ ਆ। ਅੱਜ ਵੀ ਬਹੁਤ ਸ਼ਰਧਾ ਹੈ। ਅਰਦਾਸ ਜਾਂਦਾ ਰਹਿੰਦਾ ਕਿਸੇ ਦੇ ਘਰੇ ਜਾਂ ਕਿਸੇ ਵੀ, ਬਹੁਤ ਸ਼ਰਧਾ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਅਖੰਡ ਪਾਠ ਸਾਹਿਬ, ਸਹਿਜ ਪਾਠ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ। ਉਹ ਕਹਿੰਦੇ ਜੀ ਬਾਬਾ ਦੀਪ ਸਿੰਘ ਜੀ ਦਾ ਨਾਮ ਨਹੀਂ ਨਾਲ ਲਿਓ, ਪੂਰਨ ਗੁਰਸਿੱਖ ਸਨ। ਇੱਥੇ ਗੁਰੂ ਸਾਹਿਬ ਨੂੰ ਯਾਦ ਕਰਦੇ ਨਾ ਮਹਾਂਪੁਰਖਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਉੱਥੇ ਰਹਿ ਕੇ ਸਾਰੀ ਵਿਦਿਆ ਪ੍ਰਾਪਤ ਕੀਤੀ ਹੈ। ਫਿਰ ਚਲੋ ਜੀ ਇਤਿਹਾਸ ਕਹਿੰਦਾ ਹੈ ਵੀ ਜਦੋਂ ਘੇਰਾ ਪਿਆ ਅਨੰਦਪੁਰ ਸਾਹਿਬ ਨੂੰ, ਮਹਾਰਾਜ ਨੇ ਸਾਰਿਆਂ ਨੂੰ ਵਾਪਸ ਜਿੱਥੇ ਭੇਜਿਆ, ਬਾਬਾ ਦੀਪ ਸਿੰਘ ਦੀ ਡਿਊਟੀ ਲਾਈ ਵੀ ਤੁਸੀਂ ਮਾਝੇ 'ਚ ਗੁਰਬਾਣੀ ਦੀ ਸੰਥਿਆ ਦਿਓ, ਸ਼ਸਤਰ ਜੋ ਕੁਝ ਇੱਥੋਂ ਸਿੱਖ ਕੇ ਚੱਲੇ ਹੋ ਤੁਸੀਂ ਉੱਥੇ ਜਾ ਕੇ ਸਿਖਾਓ। ਫਿਰ ਬਾਬਾ ਦੀਪ ਸਿੰਘ ਜੀ ਆ ਗਏ। ਚਲੋ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ। ਫਿਰ ਦਮਦਮਾ ਸਾਹਿਬ ਮਹਾਰਾਜ ਨੇ ਸਿਣਿਆ ਭੇਜਿਆ, ਦੀਪ ਸਿੰਘ ਜੀ ਆਓ। ਆਏ ਇੱਥੇ ਫਿਰ ਮਹਾਰਾਜ ਨੇ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਭਾਈ ਮਣੀ ਸਿੰਘ ਲਿਖਾਰੀ ਲੱਗੇ, ਬਾਬਾ ਦੀਪ ਸਿੰਘ ਜੀ ਸਹਾਇਕ ਲੱਗੇ, ਸਾਰਾ ਸਰੂਪ ਮਹਾਰਾਜ ਨੇ ਇੱਥੇ ਲਿਖਵਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਫਿਰ ਇੱਥੇ ਟਕਸਾਲ ਚੱਲੀ।
ਬਾਬਾ ਦੀਪ ਸਿੰਘ ਜੀ ਨੇ 4 ਉਤਾਰੇ, ਫਿਰ ਬਾਅਦ ਚ ਗੁਰੂ ਗ੍ਰੰਥ ਸਾਹਿਬ ਦੇ ਕੀਤੇ 4 ਤਖਤਾਂ ਦੇ ਉੱਪਰ। ਜਦੋਂ ਜਵਾਨੀ ਸੀ ਕਲਮ ਵਾਹੁੰਦੇ ਨੇ 25 ਸਾਲ, ਜਦੋਂ ਜਵਾਨੀ ਸੀ ਤਲਵਾਰ ਵਾਹੁਣ ਦਾ ਸਮਾਂ ਸੀ, ਉਦੋਂ ਮਹਾਰਾਜ ਨੇ ਕਲਮ ਦੀ ਡਿਊਟੀ ਲਾ ਦਿੱਤੀ, ਕਲਮ ਵਾਹੁਣੀ ਹੈ। ਤੇ ਜਦੋਂ ਬੰਦਾ ਰਿਟਾਇਰ ਹੋ ਕੇ ਕੁਝ ਲਿਖਣ ਲੱਗਦਾ ਹੈ, ਕਈ ਬੰਦੇ ਹੁੰਦੇ ਨਾ ਬਜ਼ੁਰਗ 58 ਸਾਲ ਦੀ ਉਮਰ ਰਿਟਾਇਰ ਹੋ ਗਏ ਜੀ, ਹੁਣ ਆਪਣੇ ਜੀਵਨ ਚੋਂ ਕੁਝ ਲਿਖ ਦਈਏ ਜਾਂ ਕਿਸੇ ਬਾਰੇ ਕੁਝ ਲਿਖ ਦਈਏ, ਉਹਨਾਂ ਕੋਲ ਨੌਲੇਜ ਆ ਜਾਂਦੀ ਹੈ। ਉਦੋਂ ਬਾਬਾ ਦੀਪ ਸਿੰਘ ਨੇ ਖੰਡਾ ਵਾਇਆ ਜੀ, 18 ਸੇਰ ਦਾ ਆਪ ਜੀ ਨੂੰ ਪਤਾ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਉਹ ਤਮੂਰ ਨੂੰ ਲਾਇਆ ਗਿਆ, ਉਹ ਇਹ ਜਮਾਲ ਖਾਨ ਵਰਗੇ ਆਏ। ਸੰਖੇਪ ਬੇਨਤੀ ਕਰਕੇ ਦਾਸ ਨੇ ਸਮਾਪਤੀ ਕਰਨੀ। ਸ਼ਹਾਦਤ ਦਾ ਦਿਹਾੜਾ ਜਿਹੜਾ ਉਹ ਆਪਾਂ ਨੇ ਬਹੁਤ ਵਧੀਆ ਅੱਗੇ ਸਰਵਣ ਕੀਤਾ ਹੈ। ਉਹ ਮਹਾਨ ਸ਼ਖਸੀਅਤ ਫਿਰ ਆਪਣਾ ਸੀਸ ਲਿਜਾ ਕੇ ਉਹ ਗੋਲਵੜ ਦੀ ਧਰਤੀ ਤੇ ਯੁੱਧ ਹੁੰਦਾ, ਜਮਾਨ ਖਾਲ 35 ਸਾਲ ਦੇ ਪਠਾਨ ਨਾਲ ਮੇਲ ਹੁੰਦਾ ਹੈ। ਬਾਬਾ ਦੀਪ ਸਿੰਘ ਜੀ ਦਾ ਵਾਰ ਸਾਂਝੇ ਹੋ ਜਾਂਦੇ ਆ, ਸੀਸ ਡਿੱਗਣ ਲੱਗਦਾ ਹੈ। ਉਹ ਜਮਾਲ ਖਾਨ ਦਾ ਤੇ ਸਿਰ ਲੱਥਾ, ਉਹਦੀ ਤੇ ਤਾਕਤ ਹੋ ਗਈ ਖਤਮ। ਤੇ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹਦੇ ਨਾਲ ਮੈਂ ਲੜ ਰਿਹਾ 75 ਸਾਲ ਦੇ ਬਾਪੂ ਨਾਲ, ਇਹਦੇ ਸਿਰ ਲੱਥਣ ਤੋਂ ਬਾਅਦ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਜੂਝਣ ਵਾਲੇ ਆ। ਉਹਨਾਂ ਦੀ ਤਾਕਤ ਨਹੀਂ ਖਤਮ ਹੋਈ। ਜੋ ਅਰਦਾਸ ਕੀਤੀ ਸੀ ਉਹ ਫਿਰ ਆਪਣਾ ਸੀਸ ਜਾ ਕੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਬਾਬਾ ਦੀਪ ਸਿੰਘ ਨੇ ਭੇਟਾ ਕੀਤਾ। ਐਸੇ ਮਹਾਨ ਯੋਧੇ ਦਾ ਅੱਜ ਜਨਮ ਦਿਹਾੜਾ ਸਾਰਾ ਪੰਥ ਮਨਾ ਰਿਹਾ ਹੈ। ਵੈਸੇ ਚਲੋ ਐਕਟੀ ਸਾਡੇ ਜਿਹੜੇ ਇਹਨਾਂ ਡਾਇਰੀ ਦੇ ਵਿੱਚ 27 ਤਰੀਕ ਦਾ ਆਇਆ, ਅੱਗੇ 26 ਤਰੀਕ ਦਾ ਉਹਨਾਂ ਦਾ ਜਨਮ ਸੀ, 26 ਤਰੀਕ ਨੂੰ ਮਨਾਇਆ ਜਾਂਦਾ ਹੈ। ਬਹੁਤ ਵੱਡੀ ਗਿਣਤੀ 'ਚ ਕੱਲ੍ਹ ਦਾਸ ਲਾਈਵ ਵੇਖ ਰਿਹਾ ਸੀ, ਹਰਿਮੰਦਰ ਸਾਹਿਬ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ, ਮਹਾਂਪੁਰਖਾਂ ਨੂੰ ਸ਼ਹੀਦਾਂ ਨੂੰ ਯਾਦ ਕਰ ਰਹੀਆਂ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ, ਮੁਬਾਰਕਾਂ ਜੀ। ਸਤਿਗੁਰੂ ਚੜ੍ਹਦੀ ਕਲਾ ਕਰਨ। ਪਿਛਲੀਆਂ 2 ਪੰਕਤੀਆਂ ਦੇ ਅਰਥ ਸਰਵਣ ਕਰਕੇ ਸਮਾਪਤੀ ਕਰੀਏ ਜੀ। ਤੁਰ ਮਸਤਕ ਹਰਿ ਪ੍ਰਭ ਲਿਖਿਆ, ਤੁਰ ਤੋਂ ਜਿਨ੍ਹਾਂ ਦੇ ਮੱਥੇ ਤੇ ਭਾਈ ਲਿਖਿਆ ਹੁੰਦਾ ਹੈ, ਗੁਰੂ ਨਾਨਕ ਮਿਲਿਆ ਆਏ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਆ ਕੇ ਮਿਲਦੇ ਆ। ਗੁਰੂ ਐਵੇਂ ਥੋੜੀ ਮਿਲ ਜਾਂਦੇ, ਇਹਦੇ ਚੰਗੇ ਕੋਈ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸ